संतां के कारज आप खलोया, संतां के कारज हर कम करावण आया राम। वाहिगुरू जी का खालसा, श्री वाहिगुरू जी की फतेह। कुंडलनी सुरजी सत संगत, परमानंद गुरमुख मचा। सच्चे नेह ਦੇ ਪਾਤਰ ਅਭਿਆਸ ਕਰਕੇ ਮੰਜ਼ਿਲ ਨੂੰ ਪਾਉਣ ਦਾ ਸੰਕਲਪ ਮਨ ਵਿੱਚ ਧਾਰ ਕੇ ਕਈ ਤਰ੍ਹਾਂ ਦੀ ਯੋਗ ਸਾਧਨਾ ਕਰਦੇ ਹਨ। ਆਰਾਧਨਾ ਦੀ ਜੁਗਤੀ ਪਰਮ ਸਤਕਾਰ ਯੋਗ ਹਸਤੀਆਂ ਹੀ ਬਖਸ਼ਿਸ਼ ਕਰਨ ਵਿੱਚ ਨਿਪੁੰਨ ਹੁੰਦੀਆਂ ਹਨ। ਭਗਤੀ ਕਰਨ ਵਾਲਾ ਹੀ ਪਰਮਾਤਮਾ ਤੇ ਮਹਾਂਪੁਰਖਾਂ ਦੀ ਕਿਰਪਾ ਦ੍ਰਿਸ਼ਟੀ ਸਦਕਾ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਹੈ। ਜਿਸ ਨੇ ਕਦੀ ਪਦਾਰਥ ਚੱਖਿਆ ਹੀ ਨਹੀਂ, ਉਹ ਤਾਂ ਸਵਾਦ ਤੋਂ ਬੇਖਬਰ ਹੈ। ਦੁਨਿਆਵੀ ਸਵਾਲਾਂ ਨੂੰ ਉਸ ਵਿਸ਼ੇ ਦੇ ਮਾਹਿਰ ਹੱਲ ਕਰਦੇ ਹਨ, ਪਰ ਪਰਮਾਰਥ ਦੀਆਂ ਉਲਝਣਾਂ ਮਹਾਂਪੁਰਖਾਂ ਦੀ ਨਦਰ ਦਾ ਹੱਲ ਹੁੰਦੀਆਂ ਹਨ। ਜਿਸ ਤਰ੍ਹਾਂ ਸਰੀਰਕ ਰੋਗ ਤੋਂ ਬਿਨਾਂ ਅੰਤਰ-ਆਤਮੇ ਦੀ ਰੁਕਾਵਟ ਭਾਵ ਸਿਮਰਨ ਕਰਦਿਆਂ ਬਿਰਤੀ ਨੇ ਇਕਾਗਰਤਾ ਦੇ ਘਰ ਵਿੱਚ ਆ ਕੇ ਕਿਸੇ ਰਸਦਾਇਕ ਆਨੰਦ ਤੋਂ ਵਾਂਝਿਆ ਰਹਿਣਾ, ਇਹੋ ਜਿਹੇ ਸਾਧੂਆਂ ਨੂੰ ਬਾਬਾ ਜੀ ਮਹਾਰਾਜ ਆਪਣੀ ਮੰਜ਼ਿਲ ਤੱਕ ਪਹੁੰਚਾ ਦਿੰਦੇ ਸਨ। ਜਿਵੇਂ ਪਿੱਛੇ ਬਾਬਾ ਜੀ ਨਿਧਾਨ ਸਿੰਘ ਦਾ ਪ੍ਰਸੰਗ ਆਇਆ ਹੈ। ਇਸ ਆਨੰਦ ਨੂੰ ਪ੍ਰਾਪਤ ਕਰਨ ਦੇ ਦੋ ਤਰੀਕੇ ਹਨ। ਪਹਿਲਾ ਹਠ ਯੋਗ ਸਾਧਨਾ ਅਤੇ ਦੂਜਾ ਸਹਿਜ ਯੋਗ ਜਾਂ ਭਗਤੀ ਯੋਗ। ਇਸ ਨੂੰ ਰਾਜ ਯੋਗ ਵੀ ਕਹਿੰਦੇ ਹਨ। ਹਜ਼ੂਰ ਸਰਬ ਕਲਾ ਸਮਰੱਥ ਹੁੰਦੇ ਹੋਏ ਵੀ ਗੁਪਤ ਰਹੇ, ਪਰ ਜੋ ਵੀ ਆਪ ਜੀ ਪਾਸ ਆਇਆ ਕਿਸੇ ਮਤ ਦਾ ਜਾਂ ਕਿਸੇ ਜਾਤ ਦਾ ਹੋਵੇ, ਖਾਲੀ ਨਹੀਂ ਗਿਆ। ਇਸੇ ਤਰ੍ਹਾਂ ਦੇ ਇੱਕ ਸਾਧੂ ਨਿਰਮਲ ਭੇਖ ਵਿੱਚ ਬੜੇ ਵਿਦਵਾਨ ਸਨ, ਜਿਨ੍ਹਾਂ ਨੂੰ ਹਰ ਭੇਖ ਦੇ ਸਾਧੂ ਅਤ ਸਤਿਕਾਰ ਨਾਲ ਯਾਦ ਕਰਦੇ ਹਨ। ਇਹਨਾਂ ਦਾ ਪਵਿੱਤਰ ਨਾਮ ਸ਼੍ਰੀਮਾਨ ਪੰਡਿਤ ਭਾਨ ਸਿੰਘ ਜੀ ਮਹਾਰਾਜ ਸੀ। ਇਹ ਮਹਾਂਪੁਰਖ ਬਾਲ ਬ੍ਰਹਮਚਾਰੀ ਨਿਆਏ ਸ਼ਾਸਤਰ ਦੇ ਪੂਰਨ ਵਿਦਵਾਨ ਸਨ। ਨਿਆਏ ਆਚਾਰੀਆ, ਨਿਆਏ ਗੌਤਮ, ਨਿਆਏ ਮਾਰਤੰਡ ਵਰਗੇ ਆਦਰ ਸਹਿਤ ਲਫ਼ਜ਼ਾਂ ਨਾਲ ਮਹਾਤਮਾ ਤੇ ਵਿਦਵਾਨ ਆਪ ਜੀ ਨੂੰ ਸੰਬੋਧਨ ਕਰਦੇ ਸਨ। ਸ਼ਾਂਤ ਚਿੱਤ ਤੇ ਤਿਆਗੀ ਵਿਰਾਗੀ ਮਹਾਂਪੁਰਖਾਂ ਦਾ ਜਨਮ ਪਿੰਡ ਨੱਥੂਵਾਲਾ ਜਦੀਦ ਜ਼ਿਲ੍ਹਾ ਫਰੀਦਕੋਟ ਸੰਤ ਚੰਨ ਸਿੰਘ ਜੀ ਦੇ ਘਰ ਹੋਇਆ। ਇਹਨਾਂ ਦੀ ਜੀਵਨੀ ਦੀ ਛਪਾਈ ਹੋ ਚੁੱਕੀ ਹੈ। ਇਹ ਮਹਾਤਮਾ ਹਠ ਯੋਗ ਸਾਧਨਾ ਕਰਦੇ ਸਨ। ਇਹ ਸਾਧਨਾ ਸਵਾਸਾਂ ਨੂੰ ਰੋਕ ਕੇ ਕਰਨੀ ਪੈਂਦੀ ਹੈ। ਇਸ ਨੂੰ ਪ੍ਰਾਣਾਯਾਮ ਵੀ ਆਖਦੇ ਹਨ। ਕਾਫੀ ਕਠਿਨ ਸਾਧਨਾ ਹੈ। ਪ੍ਰਾਣਾਯਾਮ ਦਾ ਭਾਵ ਹੈ ਪ੍ਰਾਣਾਂ ਨੂੰ ਰੋਕਣਾ। ਨਾਰਾਇਣ ਹਰੀ ਉਪਦੇਸ਼ ਗ੍ਰੰਥ ਅਨੁਸਾਰ ਸੰਖੇਪ ਵਰਣਨ ਇਉਂ ਹੈ। ਵੇਦਾਂ ਮੁਤਾਬਕ ਕਿ ਸਰੀਰ ਵਿੱਚ 72, 10 ਅਤੇ 201 ਨਾੜੀਆਂ ਹਨ, ਜਿਨ੍ਹਾਂ ਵਿੱਚੋਂ 10 ਨਾੜੀਆਂ ਦੀ ਪ੍ਰਾਣਾਯਾਮ ਕਰਨ ਵੇਲੇ ਮਦਦ ਮਿਲਦੀ ਹੈ। ਨੱਕ ਦੇ ਖੱਬੇ ਪਾਸੇ ਦੀ ਨਾੜੀ ਨੂੰ ਈੜਾ ਆਖਦੇ ਆ ਅਤੇ ਸੱਜੇ ਪਾਸੇ ਵਾਲੀ ਨੂੰ ਪਿੰਗਲਾ। ਦੋਨਾਂ ਦੇ ਵਿਚਕਾਰਲੀ ਨਾੜੀ ਨੂੰ ਸੁਖਮਨਾ ਆਖਦੇ ਹਨ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਈੜਾ ਪਿੰਗਲਾ ਔਰ ਸੁਖਮਨਾ ਤਿੰਨ ਬਸੇ ਇੱਕ ਠਾਈ। ਚੌਥੀ ਸੱਜੇ ਨੇਤਰ ਵਿੱਚ ਗੰਧਾਰੀ, ਪੰਜਵੀਂ ਖੱਬੇ ਨੇਤਰ ਵਿੱਚ ਹਸਤ ਜਿਹਵਾ, ਛੇਵੀਂ ਸੱਜੇ ਕੰਨ ਨੇੜੇ ਪੂਸਾ ਨਾੜੀ, ਸੱਤਵੀਂ ਖੱਬੇ ਕੰਨ ਕੋਲ ਪਾਇਸ਼ਨੀ, 8ਵੀਂ ਅਲੰਬਰ,
ਸੰਸਾਰ ਵੱਲ ਜਾਂਦੇ ਹੋਏ ਸਵਾਸਾਂ ਨੂੰ ਰੋਕ ਕੇ ਪਰਮੇਸ਼ਰ ਵੱਲ ਮੋੜ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਮਨ ਨੂੰ ਵਸ ਕਰਕੇ ਵਾਹਿਗੁਰੂ ਦੇ ਨਾਲ ਪ੍ਰੇਮ ਪਾਉਂਦਾ ਹੈ। 9ਵੇਂ ਸਰੀਰ ਦੇ ਹੇਠਲੇ ਪਾਸੇ ਲਕਵਾ ਨਾੜੀ ਅਤੇ 10ਵੀਂ ਨਾਭੀ ਧੁਨੀ ਕੋਲ ਸ਼ੰਖਨੀ ਨਾੜੀ ਹੈ। ਇਸ ਤੋਂ ਬਿਨਾਂ 6 ਚੱਕਰ ਹਨ। ਕਬੀਰ ਜੀ ਦਾ ਫਰਮਾਨ ਹੈ, ਉਲਟਤ ਪਵਨ ਚੱਕਰ ਖਟ ਭੇਦੇ, ਸੁਰਤ ਸੁਨ ਅਨੁਰਾਗੀ। ਮੂਲਾਧਾਰ ਚੱਕਰ ਗੁਦਾ ਵਿੱਚ ਹੈ। ਸਵੈਦਿਸ਼ਠਾਨ ਚੱਕਰ ਹਿਰਦੇ ਵਿੱਚ, ਵਿਸਪੀ ਚੱਕਰ ਗਲ ਵਿੱਚ ਹੈ, ਆਗਿਆ ਚੱਕਰ ਭਰਵੱਟਿਆਂ ਵਿੱਚ ਹੈ। ਹਠ ਯੋਗ ਵਿੱਚ ਸਵਾਸਾਂ ਨੂੰ ਰੋਕ ਕੇ ਸਾਰੀ ਕਿਰਿਆ ਹੁੰਦੀ ਹੈ। ਗੁਰਮਤਿ ਵਿੱਚ ਸਿਮਰਨ ਦੁਆਰਾ ਮਨ ਨੂੰ ਰੋਕਣਾ ਹੈ। ਜਿੱਥੇ ਮਨ ਇਕਾਗਰ ਹੋਇਆ ਉੱਥੇ ਸਵਾਸ ਆਪਣੇ ਆਪ ਰੁਕ ਜਾਂਦੇ ਹਨ। ਮੂਲਾਧਾਰ ਚੱਕਰ ਤੋਂ ਲੈ ਕੇ ਬ੍ਰਹਮਰੰਦਰ ਭਾਵ ਤਾਲੂ ਤੋਂ ਉੱਪਰ ਇੱਕ ਸੁਖਮਨਾ ਨਾੜੀ ਹੈ। ਇਸ ਦਾ ਸੂਰਜ ਵਾਂਗ ਪ੍ਰਕਾਸ਼ ਹੈ। ਸੁਖਮਨਾ ਨਾੜੀ ਵਿੱਚ ਇੱਕ ਕੁੰਡਲਨੀ ਨਾੜੀ ਹੈ। ਇਸ ਨੂੰ ਸ਼ਕਤੀ ਵੀ ਕਹਿੰਦੇ ਹਨ। ਹਠ ਯੋਗ ਵਾਲੇ ਆਖਦੇ ਹਨ ਕਿ ਇਸ ਦਾ ਦਰਸ਼ਨ ਕਰਕੇ ਪਾਪ ਅਤੇ ਅਗਿਆਨ ਦੂਰ ਹੋ ਜਾਂਦੇ ਹਨ। ਕੁੰਡਲਨੀ ਨਾੜੀ ਨੂੰ ਭੁਜੰਗਮਾ ਵੀ ਆਖਦੇ ਹਨ। ਬਹੁਤ ਪਤਲੀ ਅਤੇ ਸੱਪ ਵਾਂਗ ਕੁੰਡਲੀ ਮਾਰੀ ਹੋਣ ਕਰਕੇ ਭੁਜੰਗਮਾ ਨਾੜੀ ਕਹਿੰਦੇ ਹਨ। ਕੁੰਡਲੀ ਨੇ ਸੁਖਮਨਾ ਦਾ ਰਸਤਾ ਰੋਕਿਆ ਹੁੰਦਾ ਹੈ। ਇਸ ਨੂੰ ਇੱਕ ਪਾਸੇ ਕਰਨ ਲਈ ਬੜੇ ਕਠਿਨ ਸਾਧਨ ਕਰਨੇ ਪੈਂਦੇ ਹਨ। ਸਰੀਰ ਬੜੀ ਕਠਿਨਾਈ ਵਿੱਚੋਂ ਲੰਘ ਰਿਹਾ ਹੁੰਦਾ ਹੈ। ਉਸ ਵੇਲੇ ਕਿਸੇ ਪੂਰਨ ਸਮਰੱਥ ਮਹਾਂਪੁਰਖ ਦੀ ਲੋੜ ਹੁੰਦੀ ਹੈ, ਜਿਹੜੇ ਆਪਣੇ ਆਤਮਿਕ ਬਲ ਨਾਲ ਇਸ ਨੂੰ ਸਿੱਧੀ ਕਰ ਦਿੰਦੇ ਹਨ। ਨੋਟ ਹੈ ਕਿ ਜਿਹੜਾ ਨਾੜੀਆਂ ਜਾਂ ਚੱਕਰ ਦਾ ਵੇਰਵਾ ਦਿੱਤਾ ਹੈ, ਇਹਨਾਂ ਦਾ ਸੰਬੰਧ ਸਰੀਰ ਨਾਲੋਂ ਮਨ ਦੀ ਅਵਸਥਾ ਨਾਲ ਜ਼ਿਆਦਾ ਹੈ। ਅਭਿਆਸੀ ਪੁਰਖ ਸਮਝ ਸਕਦਾ ਹੈ, ਦਲੀਲ ਵਾਲਾ ਨਹੀਂ। ਪੰਡਤ ਭਾਨ ਸਿੰਘ ਜੀ ਮਹਾਰਾਜ ਦੀ ਬਿਰਤੀ ਇਸ ਕਟਹਿਰੇ 'ਤੇ ਆ ਕੇ ਰੁਕ ਗਈ। ਹਜ਼ੂਰ ਬਾਬਾ ਜੀ ਮਹਾਰਾਜ ਦੀ ਸਰੋਤ ਸੁਣ ਕੇ ਪੁੱਛੋ ਪਹੁੰਚ ਗਏ। ਮਹਾਰਾਜ ਨੇ ਰਵਾਇਤ ਅਨੁਸਾਰ ਨਾਮ ਪੁੱਛ ਕੇ ਬਚਨ ਕੀਤਾ, ਦਰਸ਼ਨ ਕਰਨ ਆਏ ਹੋ ਕਿ ਪ੍ਰਸ਼ਨ ਕਰਨ। ਪੰਡਤ ਜੀ ਨੇ ਨਿਮਰਤਾ ਸਹਿਤ ਸਾਰਾ ਬਿਰਤਾਂਤ ਸੁਣਾ ਦਿੱਤਾ। ਹਜ਼ੂਰ ਨੇ ਬਚਨ ਕੀਤਾ, ਇਹ ਪਿਛਲੇ ਯੁਗਾਂ ਦੀ ਸਾਧਨਾ ਹੈ, ਕਲਯੁਗ ਵਿੱਚ ਨਹੀਂ ਕਰਨੀ ਚਾਹੀਦੀ। ਸਹਿਜ ਅਵਸਥਾ ਵਿੱਚ ਰਹੋ, ਇਸ ਵਿੱਚ ਹੀ ਆਨੰਦ ਹੈ। ਪੰਡਤ ਜੀ ਨੇ ਫਿਰ ਬੇਨਤੀ ਕੀਤੀ, ਗਰੀਬ ਨਵਾਜ਼, ਮੈਂ ਬੜੀ ਮਿਹਨਤ ਕੀਤੀ ਹੈ, ਅਖੀਰ 'ਤੇ ਆ ਕੇ ਕੰਮ ਰੁਕ ਜਾਂਦਾ ਹੈ, ਮਨ ਨੂੰ ਕਲਪਨਾ ਰਹੇਗੀ, ਕਿਰਪਾ ਕਰੋ। ਨਿਮਰਤਾ ਅਤੇ ਸਹਿਣਸ਼ੀਲਤਾ ਪੱਥਰਾਂ ਨੂੰ ਮੋਮ ਬਣਾ ਦਿੰਦੀ ਹੈ। ਨਿਮਰਤਾ ਦੇਖ ਕੇ ਹਜ਼ੂਰ ਬਾਬਾ ਜੀ ਮੇਹਰ ਦੇ ਘਰ ਆਏ ਅਤੇ ਬਚਨ ਕੀਤਾ, ਚੰਗਾ ਇੱਥੇ ਰਹਿਣਾ ਪਵੇਗਾ। ਪੰਡਤ ਜੀ 7 ਬਚਨ ਬੋਲ ਕੇ ਇੱਥੇ 40 ਦਿਨ ਰਹੇ। ਪ੍ਰੀਖਿਆ ਲਈ ਬਾਬਾ ਜੀ ਨੇ ਇੱਕ ਵਾਰ ਬਚਨ ਕੀਤਾ, ਇਹ ਛੱਡ ਦੇ, ਇਸ ਦਾ ਖਿਆਲ ਨਾ ਕਰੋ। ਇੱਕ ਵਾਰ ਬਚਨ ਕੀਤਾ ਕਿ ਪੰਡਤ ਜੀ ਵਿਆਹ ਕਰਵਾ ਲਓ, ਕਈ ਭਾਨ ਸਿੰਘ ਹੋ ਜਾਣਗੇ। ਪਰ ਸੰਤ ਭਾਨ ਸਿੰਘ ਜੀ ਨਿਰੰਤਰ ਜਾਪ ਕਰਦੇ ਅਡੋਲ ਬਿਰਤੀ ਵਿੱਚ ਰਹੇ। ਇੱਕ ਦਿਨ ਆਪ ਜੀ ਨੂੰ ਬਾਬਾ ਜੀ ਮਹਾਰਾਜ ਨੇ ਬੁਲਾ ਕੇ ਅਭਿਆਸ ਬਾਰੇ ਪੁੱਛਿਆ। ਪੰਡਤ ਜੀ ਨੇ ਵਿਸਥਾਰ ਨਾਲ ਸਾਰੀ ਵਿਥਿਆ ਸੁਣਾ ਦਿੱਤੀ। ਸਭ ਕੁਝ ਸੁਣਨ ਉਪਰੰਤ ਬਚਨ ਕੀਤਾ, ਹੁਣ ਅਭਿਆਸ ਕਰੋ, ਕੁੰਡਲਨੀ ਖੁੱਲ੍ਹ ਜਾਵੇਗੀ। ਪੰਡਤ ਜੀ ਬਚਨ ਕਰਦੇ ਹੁੰਦੇ ਸਨ ਕਿ ਜਿਸ ਵਕਤ ਬਾਬਾ ਜੀ ਨੇ ਇਹ ਬਚਨ ਕੀਤਾ, ਮਾਨੋ ਸਾਡੇ ਵਿੱਚ ਬੇਅੰਤ ਬਲ ਆ ਗਿਆ ਹੋਵੇ। ਪਹਿਲਾਂ ਦੇ ਅਭਿਆਸ ਤੋਂ ਹੁਣ ਦੇ ਅਭਿਆਸ ਦਾ ਆਨੰਦ ਹੀ ਵੱਖਰਾ ਸੀ। ਕੁਝ ਦਿਨਾਂ ਬਾਅਦ ਰੁਕਾਵਟ ਦੂਰ ਹੋ ਗਈ ਅਤੇ ਆਪ ਕਈ ਦਿਨ ਸਮਾਧੀ ਵਿੱਚ ਲੀਨ ਰਹਿਣ ਲੱਗ ਪਏ। ਫਿਰ ਹਜ਼ੂਰ ਨੇ ਇੱਕ ਦਿਨ ਹੁਕਮ ਕੀਤਾ, ਤੁਹਾਡੀ ਚੀਜ਼ ਤੁਹਾਨੂੰ ਮਿਲ ਗਈ ਹੈ, ਪਰ ਇਸ ਨੂੰ ਕਰਨਾ ਨਹੀਂ, ਕਿਉਂਕਿ ਤੁਸੀਂ ਸਮਾਧੀ ਲੀਨ ਹੋ ਜਾਓਗੇ। ਸੇਵਕਾਂ ਨੂੰ ਇੰਨਾ ਗਿਆਨ ਨਹੀਂ ਹੋਵੇਗਾ, ਕਿਧਰੇ ਮਰਿਆ ਸਮਝ ਕੇ ਅਨਰਥ ਨਾ ਕਰ ਦੇਣ।
ਬਾਣੀ ਦਾ ਸਿਮਰਨ, ਗੁਰੂ ਨਾਨਕ ਦਾ ਧਿਆਨ ਅਤੇ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿਚਾਰਿਆ ਕਰੋ। ਇਸ ਤੋਂ ਪ੍ਰੇਮ ਭਗਤੀ ਪ੍ਰਾਪਤ ਹੁੰਦੀ ਹੈ। ਹੁਣ ਤੁਹਾਨੂੰ ਆਗਿਆ ਹੈ ਜਾਣ ਦੀ। ਇਸ ਉਪਰੰਤ ਪੰਡਿਤ ਭਾਨ ਸਿੰਘ ਜੀ ਇੱਥੇ ਮਰਿਆਦਾ ਵਿੱਚ ਰਹੇ। ਸਾਰੀ ਆਯੂ ਵਿਦਿਆ ਦੇ ਭੰਡਾਰੇ ਵਰਤਾਉਂਦੇ ਰਹੇ। ਇਹ ਬਚਨ ਭਾਈ ਜੀ ਯਾਨੀ ਲੇਖਕ ਦੇ ਪਿਤਾ ਜੀ ਪਾਸੋਂ ਕਈ ਵਾਰ ਸੁਣਿਆ। ਪੰਡਿਤ ਜੀ ਨੇ ਹੀ ਭਾਈ ਡਰੋਲੀ ਨੂੰ ਪੁੱਛੋ ਜਾਣ ਲਈ ਪ੍ਰੇਰਿਆ ਸੀ। ਪਰ ਉਪਕਾਰ ਨਿਤ ਚਿਤਵਤੇ, ਨਾਹੀ ਕਛ ਪੋਚ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।